ਖਾਲਸਾ ਸਾਜਨਾ ਦਿਵਸ ਵਿਸਾਖੀ ਅਨੰਦਪੁਰ ਤਖਤ ਸ੍ਰੀ ਕੇਸਗੜ੍ਹ ਸਾਹਿਬ 13 ਅਪ੍ਰੈਲ 1699 ਦੀ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਕੇ ਸਦੀਆਂ ਤੋਂ ਜੰਤਰਾਂ ਮੰਤਰਾਂ ਵਿੱਚ ਫਸੇ ਕਾਇਰਤਾ ਦੀ ਜ਼ਿੰਦਗੀ ਜਿਉਣ ਵਾਲੇ ਵਹਿਮਾਂ ਭਰਮਾਂ ਅਤੇ ਗੁਲਾਮੀ ਦੀਆਂ ਜੰਜੀਰਾਂ ਵਿੱਚ ਬੁਰੀ ਤਰ੍ਹਾਂ ਜਕੜੇ ਲੋਕਾਂ ਨੂੰ ਗੁਰਬਾਣੀ ਦੁਆਰਾ ਰੂਹਾਨੀਅਤ ਦਾ ਜਾਮ ਪਿਲਾ ਕੇ ਉਹਨਾਂ ਅੰਦਰ ਇੱਕ ਨਵੀਂ ਰੋਹ ਜ਼ਿੰਦਗੀ ਜਾਚ ਪੈਦਾ ਕੀਤੀ। ਸਭ ਤੋਂ ਪਹਿਲਾਂ ਜਦੋਂ ਇਹਨਾਂ ਲੋਕਾਂ ਨੂੰ ਗੁਰੂ ਨਾਨਕ ਸਾਹਿਬ ਨੇ ਜ਼ੁਲਮ ਦਾ ਟਾਕਰਾ ਕਰਨ ਲਈ ਪ੍ਰੇਰਿਆ ਸੀ ਤਾਂ ਇਹਨਾਂ ਦੇ बोल सन काम हमारा तोलन तकड़ी नंगी करद कबू नहीं पकड़ी चिड़ी उठे तो हम डर जाए इन तुर्कन से कैसे लड़ पाए। पर जदों ऐसे लोगों ने ही रूहानीयत दा जाम पीता जो किरपान फड़न तो भी डरदे सन, बुत पूज के आप बुत हो चुके सन। हुण उन्हां दे बोल सन रख दूंगा दिल और सीना चीर के आगे एक एक को तर लूंगा शमशीर के आगे। पहले तो दुनिया झुकती थी तकदीर के आगे, अब तकदीर भी झुक जाएगी मेरी शमशीर के आगे। ये अमृत दी रूहानीयत सी। ਬੰਦ ਕੱਟਿਆ ਗਿਆ, ਸੀਸ ਤੜ ਨਾਲੋਂ ਵੱਖ ਹੋ ਗਿਆ। ਬੱਚਿਆਂ ਦੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਾਏ ਗਏ, ਚਰਖੜੀਆਂ ਤੇ ਚਾੜੇ ਗਏ, ਸਰੀਰ ਦਾ ਮਾਸ ਜ਼ਮੂਰਾਂ ਦੇ ਨਾਲ ਨੋਚਿਆ ਗਿਆ। 4 ਸਾਲ ਦੇ ਬਾਬਾ ਅਜੇ ਸਿੰਘ ਦਾ ਤੜਫਦਾ ਕਾਲਜਾ ਕੱਢ ਕੇ ਜ਼ਬਰੀ ਬਾਬਾ ਬੰਦਾ ਸਿੰਘ ਦੇ ਮੂੰਹ ਵਿੱਚ ਤੁੰਨਿਆ ਗਿਆ। ਇਹ ਉਸ ਰੂਹਾਨੀਅਤ ਦੇ ਜਾਮ ਦੀ ਹੀ ਸ਼ਕਤੀ ਸੀ। ਸਰੀਰ ਉੱਤੇ ਇੰਨੇ ਦੁੱਖ ਸਹਿਣ ਤੋਂ ਬਾਅਦ ਵੀ ਆਤਮਿਕ ਤੌਰ ਤੇ ਇਹਨਾਂ ਨੂੰ ਡੁਲਾਇਆ ਨਾ ਜਾ ਸਕਿਆ। ਯਾਦ ਰਹੇ ਜਿਸ ਔਰਤ ਨੂੰ ਸੰਸਾਰ ਦੇ ਸਾਰੇ ਧਰਮਾਂ ਨੇ ਲਤਾੜਿਆ, ਮਨੂ ਨੇ ਔਰਤ ਨੂੰ ਹਮੇਸ਼ਾ ਮਰਦ ਦੀ ਅਧੀਨਗੀ ਵਿੱਚ ਰੱਖਣ ਲਈ ਕਿਹਾ। ਹਿੰਦੂ ਧਰਮ ਅਨੁਸਾਰ ਔਰਤ ਜਨੇਊ ਧਾਰਨ ਨਹੀਂ ਕਰ ਸਕਦੀ, ਗਾਇਤਰੀ ਮੰਤਰ ਨਹੀਂ ਪੜ੍ਹ ਸਕਦੀ। ਪੁਰਾਣਾ ਵਿੱਚ ਔਰਤ ਨੂੰ ਨਸ਼ੀਲੀ ਸ਼ਰਾਬ ਅਤੇ ਮਾਰੂ ਜ਼ਹਿਰ ਕਿਹਾ। ਜੈਨ ਮਤ ਮੁਤਾਬਕ ਇਸਤਰੀ ਮੁਕਤੀ ਨਹੀਂ ਪ੍ਰਾਪਤ ਕਰ ਸਕਦੀ। ਮਹਾਤਮਾ ਬੁੱਧ ਕਹਿੰਦਾ ਔਰਤ ਭਿਕਸ਼ੂ ਨਹੀਂ ਹੋ ਸਕਦੀ। ਗੋਰਖਨਾਥ ਇਸਤਰੀ ਨੂੰ ਬਗਿਆੜਨ ਸ਼ਬਦ ਨਾਲ ਸੰਬੋਧਨ ਕਰਦਾ ਹੈ। ਈਸਾਈ ਮਤ ਅਨੁਸਾਰ ਸਭ ਗੁਨਾਹਾਂ ਅਤੇ ਪਾਪਾਂ ਦਾ ਸੋਮਾ ਅਤੇ ਸਾਧਨ ਇਸਤਰੀ ਹੈ। ਪਰ ਪਹਿਲੇ 9 ਗੁਰੂ ਸਾਹਿਬਾਨ ਨੇ ਸੰਸਾਰ ਅੰਦਰ ਔਰਤਾਂ ਨੂੰ ਸਤਿਕਾਰਿਆ, ਮਾਣ ਸਤਿਕਾਰ ਕੀਤਾ। ਪਰ 10ਵੇਂ ਨਾਨਕ ਨੇ ਇੱਕ ਕਰਾਮਾਤ ਵਰਤਾਈ। ਅੰਮ੍ਰਿਤ ਦਾ ਬਾਟਾ ਤਿਆਰ ਕਰਨ ਤੋਂ ਪਹਿਲਾਂ ਪਤਾਸੇ ਪਾਉਣ ਦੀ ਸੇਵਾ ਮਾਤਾ ਸਾਹਿਬ ਕੌਰ ਪਾਸੋਂ ਲਈ ਅਤੇ ਮਾਤਾ ਸਾਹਿਬ ਕੌਰ ਨੂੰ ਖਾਲਸੇ ਦੀ ਧਾਰਮਿਕ ਮਾਤਾ ਬਣਾਇਆ। ਇਸੇ ਅੰਮ੍ਰਿਤ ਦੀ ਕਰਾਮਾਤ ਵਰਤੀ ਮਾਈ ਭਾਗੋ ਨੇ ਜੰਗ ਦੇ ਮੈਦਾਨ ਵਿੱਚ ਡਟ ਕੇ ਤਲਵਾਰ ਨਾਲ ਵੈਰੀ ਦਾ ਮੁਕਾਬਲਾ ਕੀਤਾ। ਬਾਣੀ ਅੰਮ੍ਰਿਤ ਦੀ ਰੂਹਾਨੀਅਤ ਨਾਲ ਹੀ ਬੀਬੀਆਂ ਨੇ ਸਿੱਖ ਕੌਮ ਦੀ ਅਗਵਾਈ ਵੀ ਕੀਤੀ। 10ਵੇਂ ਨਾਨਕ ਨੇ ਐਸਾ ਇਨਕਲਾਬ ਲਿਆਂਦਾ ਜਿਸ ਦੇ ਕਾਰਨ ਕੁਲ ਨਾਸ਼, ਕਰਮ ਨਾਸ਼, ਗੋਤ ਨਾਸ਼, ਭੇਦ ਨਾਸ਼, ਭਰਮ ਨਾਸ਼ ਕਰਕੇ ਇੱਕ ਨਵੇਂ ਸੰਸਾਰ ਦੀ ਸਿਰਜਣਾ ਕੀਤੀ। ਇਹ ਪਹਿਲਾਂ ਸੰਸਾਰ ਅਤੇ ਪੱਛਮ ਭਾਰਤ ਦੇ ਕਿਸੇ ਵੀ ਧਰਮ ਅੰਦਰ ਕਦੇ ਵੀ ਨਹੀਂ ਹੋਇਆ ਸੀ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਭਗਤੀ ਦੇ ਨਾਲ ਸ਼ਕਤੀ ਦਾ ਮਤਲਬ ਹੋਰਨਾਂ ਉੱਤੇ ਜ਼ੁਲਮ ਜਾਂ ਅਤਿਆਚਾਰ ਕਰਨਾ ਨਹੀਂ ਸੀ, ਸਗੋਂ ਇਸ ਦਾ ਮਨੋਰਥ ਤਾਂ ਨਿਮਾਣਿਆਂ ਦੀ ਰੱਖਿਆ ਕਰਨਾ ਅਤੇ ਜ਼ਾਲਮਾਂ ਨੂੰ ਦੰਡ ਦੇਣਾ ਸੀ। ਗੁਰੂ ਸਾਹਿਬ ਨੂੰ ਹੋਰ ਆਸਰਿਆਂ ਦੀ ਬਜਾਏ ਕੇਵਲ ਅਕਾਲ ਪੁਰਖ ਉੱਤੇ ਹੀ ਭਰੋਸਾ ਸੀ। ਉਹਨਾਂ ਨੇ ਔਰੰਗਜ਼ੇਬ ਨੂੰ ਲਿਖੇ ਜ਼ਫਰਨਾਮੇ ਵਿੱਚ ਲਿਖਿਆ ਸੀ, ਜੇ ਤੈਨੂੰ ਆਪਣੇ ਮਾਲ ਦੌਲਤ ਉੱਤੇ ਮਾਣ ਹੈ ਤਾਂ ਸਾਨੂੰ ਅਕਾਲ ਪੁਰਖ ਦੀ ਕਿਰਪਾ ਤੇ ਵਿਸ਼ਵਾਸ ਹੈ। ਇਸੇ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿਸਾਖੀ ਵਾਲੇ ਦਿਨ ਕਹੋ ਕਬੀਰ ਜਨ ਪੈ ਖਾਲਸੇ ਪ੍ਰੇਮ ਭਗਤ ਜਹ ਜਾਨੀ ਵਾਲੇ ਨਵੇਕਲੇ ਪੰਥ ਦੀ ਸਿਰਜਣਾ ਕੀਤੀ। ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੌਕਮ ਸਿੰਘ, ਭਾਈ ਸਾਹਿਬ ਸਿੰਘ 5 ਪਿਆਰੇ ਸਾਜ ਕੇ ਖਾਲਸਾ ਪੰਥ ਕਹਿ ਕੇ ਮਾਣ ਬਖਸ਼ਿਆ। ਭਾਈ ਦਇਆ ਸਿੰਘ ਜੀ ਰਹਿਤਨਾਮੇ ਅੰਦਰ ਜ਼ਿਕਰ ਕਰਦੇ ਹਨ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਹੁਕਮ ਕੀਤਾ। ਸ਼੍ਰੀ ਅਕਾਲ ਪੁਰਖ ਕੇ ਬਚਨ ਸਿਓ ਪ੍ਰਗਟਿਓ ਪੰਥ ਮਹਾਨ, ਗ੍ਰੰਥ ਪੰਥ ਗੁਰੂ ਮਾਨੀਏ ਤਾਰੇ ਸਗਲ ਕੁਲਾਨ। 1699 ਦੀ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਭ ਤੋਂ ਉੱਤਮ ਘਟਨਾ ਵਾਪਰੀ ਜਿਸ ਨੇ ਸੰਸਾਰ ਦੇ ਸਾਰੇ ਧਰਮਾਂ ਦੇ ਇਤਿਹਾਸ ਨੂੰ ਬਦਲ ਕੇ ਰੱਖ ਦਿੱਤਾ। ਕਿਸੇ ਵੀ ਧਰਮ ਵਿੱਚ ਐਸਾ ਕਦੇ ਨਹੀਂ ਹੋਇਆ ਕਿ ਗੁਰੂ ਚੇਲੇ ਵਾਲੇ ਵਿਤਕਰੇ ਨੂੰ ਦੂਰ ਕੀਤਾ ਗਿਆ ਹੋਵੇ। ਪਰ ਗੁਰੂ ਗੋਬਿੰਦ ਸਿੰਘ ਜੀ ਨੇ ਜਿੱਥੇ 5 ਪਿਆਰਿਆਂ ਦੀ ਚੋਣ ਕੀਤੀ ਉੱਥੇ ਉਹਨਾਂ ਨੂੰ ਖੰਡੇ ਬਾਟੇ ਦੀ ਪਹੁਲ ਬਖਸ਼ੀ। ਫਿਰ ਆਪ 5 ਪਿਆਰਿਆਂ ਪਾਸੋਂ ਨਿਮਾਣੇ ਹੋ ਕੇ ਇਹ ਬਚਨ ਕੀਤਾ, ਖਾਲਸਾ ਜੀ ਮੈਨੂੰ ਵੀ ਖੰਡੇ ਬਾਟੇ ਦੀ ਪਹੁਲ ਬਖਸ਼ ਕੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਸਾਜ ਦਿਓ। ਭਾਈ ਗੁਰਦਾਸ ਜੀ ਲਿਖਦੇ ਹਨ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ।
ਇਹ ਵੀ ਖਾਲਸਾ ਸਾਜਨਾ ਦਿਵਸ ਦਾ ਇੱਕ ਵਿਲੱਖਣ ਰੂਪ ਸੀ। ਪਹਿਲੀ ਵਾਰ ਕਿਸੇ ਗੁਰੂ ਨੇ ਆਪਣੇ ਆਪ ਨੂੰ ਚੇਲਾ ਕਹਿ ਕੇ ਸੰਬੋਧਨ ਕੀਤਾ। ਜਿਸ ਨਿਰਮਲ ਪੰਥ ਦੀ ਨੀਂਹ ਗੁਰੂ ਨਾਨਕ ਸਾਹਿਬ ਜੀ ਨੇ ਰੱਖੀ, ਉਸ ਪੰਥ ਨੂੰ ਗੁਰੂ ਕਲਗੀਧਰ ਪਾਤਸ਼ਾਹ ਨੇ 1699 ਦੀ ਵਿਸਾਖੀ ਵਾਲੇ ਦਿਨ ਸੰਪੂਰਨ ਕਰ ਦਿੱਤਾ। ਅਤੇ ਭਾਈ ਦੇਸਾ ਸਿੰਘ ਜੀ ਲਿਖਦੇ ਹਨ, ਗੁਰੂ ਪਿਤਾ ਨੇ ਹੁਕਮ ਕੀਤਾ, प्रथम रहत जह जान खंडे की पहल छके सोई सिंह प्रदान अवरना पहल जो लै। सब तो पहली रहत ही ਅੰਮ੍ਰਿਤ ਪਾਨ ਕਰਨਾ ਹੈ। ਉਸ ਦਿਨ ਖਾਲਸਾ ਪੰਥ ਪੰਜ ਕਕਾਰੀ ਵਰਦੀ ਇੱਕ ਅਕਾਲ ਪੁਰਖ ਦੀ ਪੂਜਾ ਦਾ ਸਿਧਾਂਤ ਬਖਸ਼ਿਸ਼ ਕੀਤਾ। ਭਾਈ ਦੇਸਾ ਸਿੰਘ ਜੀ ਲਿਖਦੇ ਹਨ, ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਬਚਨਾਂ ਨਾਲ ਸਿੱਖਾਂ ਦਾ ਇਹ ਵੀ ਭੁਲੇਖਾ ਦੂਰ ਕਰ ਦਿੱਤਾ। ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀਂ। ਗੁਰੂ ਪਿਤਾ ਕਹਿੰਦੇ ਨੇ, ਮੈਨੂੰ ਰਹਿਤ ਨਾਲ ਪਿਆਰ ਹੈ, ਸਿੱਖ ਨਾਲ ਨਹੀਂ। ਅਤੇ ਰਹਿਤ ਨੂੰ ਹੋਰ ਪੱਕਿਆਂ ਕਰਦਿਆਂ ਬਚਨ ਕੀਤਾ, ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਠਾਕੁਰ ਮੈਂ ਉਸਕਾ ਚੇਰਾ। ਰਹਿਤ ਬਿਨਾ ਨਾ ਸਿੱਖ ਕਹਾਵੇ, ਰਹਿਤ ਬਿਨਾ ਦਰ ਚੋਟਾਂ ਖਾਵੇ। ਰਹਿਤ ਬਿਨ ਸੁਖ ਕਬੂ ਨਾ ਲਹੇ, ਤਾਂ ਤੇ ਰਹਿਤ ਸੁਦ੍ਰਿੜ ਕਰ ਰਹੇ। ਇਸ ਵਿਸਾਖੀ ਵਾਲੇ ਦਿਨ ਖਾਲਸੇ ਦੀ ਸਿਰਜਣਾ ਨਾਲ ਭਾਰਤ ਦਾ ਅੰਧਕਾਰਮਈ ਇਤਿਹਾਸ ਬਦਲ ਗਿਆ, ਕਿਉਂਕਿ ਖਾਲਸੇ ਦਾ ਅਰਥ ਹੀ ਖਾਲਸ, ਸ਼ੁੱਧ। ਖਾਲਸੇ ਦਾ ਸਿੱਧਾ ਸੰਬੰਧ ਅਕਾਲ ਪੁਰਖ ਨਾਲ ਹੈ। ਇਸੇ ਕਰਕੇ ਦਸ਼ਮੇਸ਼ ਪਿਤਾ ਨੇ ਖਾਲਸੇ ਨੂੰ 33 ਕਰੋੜ ਦੇਵੀ ਦੇਵਤਿਆਂ ਦਾ ਉਪਾਸ਼ਕ ਨਹੀਂ, ਕੇਵਲ ਇੱਕ ਅਕਾਲ ਪੁਰਖ ਦਾ ਉਪਾਸ਼ਕ ਬਣਾਇਆ। ਹਜ਼ਾਰਾਂ ਸਾਲ ਬੀਤ ਜਾਣ ਤੋਂ ਪਿੱਛੋਂ ਇੱਕ ਪੂਰਨ ਮਨੁੱਖ ਸੰਸਾਰ ਦੇ ਰੰਗ ਮੰਚ ਵਿੱਚ ਪ੍ਰਗਟ ਹੋਇਆ, ਜਿਸ ਨੂੰ ਖਾਲਸਾ ਕਹਿ ਕੇ ਸਨਮਾਨਿਆ ਗਿਆ। ਜਾਤ ਪਾਤ, ਊਚ ਨੀਚ, ਵਹਿਮ ਭਰਮ ਸਦੀਆਂ ਤੋਂ ਐਸੀਆਂ ਚੱਲੀਆਂ ਆ ਰਹੀਆਂ ਕੁਰੀਤੀਆਂ ਨੂੰ ਸਤਿਗੁਰ ਜੀ ਨੇ ਜੜ ਤੋਂ ਪੁੱਟ ਕੇ ਰੱਖ ਦਿੱਤਾ। ਇਹ ਸੀ 1699 ਦੀ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਵਿਖੇ ਖਾਲਸੇ ਦੀ ਵਿਲੱਖਣਤਾ ਦਾ ਪ੍ਰਤੀਕ ਖਾਲਸਾ ਸਾਜਨਾ ਦਿਵਸ ਵਿਸਾਖੀ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।